ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ। ਮੈਂ ਨਵਜੀਤ ਹਾਜ਼ਰ ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ। ਹਰ ਪਾਸੇ ਰੈਲੀਆਂ ਚੱਲ ਰਹੀਆਂ ਨੇ, ਸਿਆਸਤਦਾਨ ਸਰਗਰਮ ਨੇ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਵਾਅਦੇ ਕਰਨੇ ਸ਼ੁਰੂ ਕਰ ਦਿੱਤੇ ਹੈ। ਵਾਅਦੇ ਕਿੰਨੇ ਕੁ ਪੂਰੇ ਹੋਣੇ ਆ, ਕਿੰਨੇ ਕੁ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਜੇਕਰ ਗੱਲ ਸਿਆਸਤ ਤੋਂ ਸ਼ੁਰੂ ਕੀਤੀ ਹੈ ਤਾਂ ਪੰਨੂ ਸਾਹਿਬ ਦਾ ਸਵਾਗਤ ਕਰਤੇ ਸਿਆਸਤ ਤੋਂ ਹੀ ਅੱਜ ਗੱਲ ਸ਼ੁਰੂ ਕਰਾਂਗੇ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਸ਼ੁਕਰ। ਪੰਨੂ ਸਾਹਿਬ, ਰਾਜਨੀਤਿਕ ਪਾਰਟੀਆਂ ਨੇ ਰੈਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸੁਖਬੀਰ ਸਿੰਘ ਬਾਦਲ ਤੋਂ ਅੱਜ ਆਪਾਂ ਗੱਲ ਸ਼ੁਰੂ ਕਰਦੇ ਹਾਂ। ਉਹ ਕਹਿੰਦੇ ਆ ਕਿ ਮੈਂ 3 ਪਾਰਟੀਆਂ ਦੇ ਨਾਲ ਇਕੱਲਾ ਹੀ ਲੜ ਰਿਹਾ। ਇਸ ਬਿਆਨ ਦਾ ਕੀ ਮਤਲਬ ਹੈ? ਤੇ ਵੈਸੇ ਜਿਸ ਤਰ੍ਹਾਂ ਉਹ ਉਮੀਦਵਾਰ ਤੇਜ਼ ਰਫ਼ਤਾਰ ਨਾਲ ਐਲਾਨ ਰਹੇ ਸੀਗੇ, ਅਜੇ ਵੀ ਉਹ ਚੱਲਦਾ ਪਿਆ ਕੰਮ, ਬਾਕੀ ਰਾਜਨੀਤਿਕ ਪਾਰਟੀਆਂ ਤੋਂ ਅੱਗੇ ਹੈ। ਕਿਵੇਂ ਦੇਖਦੇ ਆ ਤੁਸੀਂ ਸਾਰਾ ਕੁਝ? ਦੇਖੋ, ਸੁਖਬੀਰ ਸਿੰਘ ਬਾਦਲ ਨੇ ਉਮੀਦਵਾਰਾਂ ਦੇ ਨਾਂ ਐਲਾਨਣ ਦੇ ਵਿੱਚ ਬਾਕੀ ਸਾਰਿਆਂ ਨਾਲੋਂ ਵੱਧ ਪੈਂਡਾ ਪਹਿਲਾਂ ਤੈਅ ਕਰ ਲਿਆ ਜੀ। ਹੁਣ ਉਹਦੇ ਕੋਲ 5-7-10 ਰਹਿ ਗਏ ਹੋਣਗੇ, ਬਾਕੀ ਤਾਂ ਸਾਰੇ ਹੀ ਉਹ ਉਮੀਦਵਾਰਾਂ ਦਾ ਐਲਾਨ ਕਰ ਚੁੱਕਾ। ਜਿੱਥੇ ਫਿੱਟ ਨਹੀਂ ਸੀ ਬੈਠਦੇ ਉੱਥੇ ਉਹਨੇ ਬਹੁਜਨ ਸਮਾਜ ਪਾਰਟੀ ਨੂੰ ਆਖਿਆ ਆਹ ਸੀਟਾਂ ਸਾਨੂੰ ਛੱਡ ਦਿਓ ਤੇ ਉਹਦੇ ਬਦਲੇ ਤੁਸੀਂ ਉਹ ਫਲਾਨੀਆਂ ਲੈ ਲਓ ਜੀ। ਬਹੁਜਨ ਸਮਾਜ ਪਾਰਟੀ ਵਾਲੇ ਇਸ ਗੱਲ ਵਾਸਤੇ ਵੀ ਮੰਨ ਗਏ। ਅਗਲੀ ਗੱਲ ਇਹ ਕਿ ਜਿਹੜੀਆਂ ਸੀਟਾਂ ਆਖਿਆ ਫਲਾਨੀਆਂ ਲੈ ਲਓ, ਉੱਥੇ ਵੀ ਵਾਇਆ ਬਠਿੰਡਾ ਕਰਕੇ ਵਲਵਲਾਵਾਂ ਪਾ ਕੇ ਬੰਦੇ ਆਪਣੇ ਖੜੇ ਕਰਵਾ ਦਿੱਤੇ ਆ ਬਹੁਜਨ ਸਮਾਜ ਪਾਰਟੀ ਦੇ ਟਿਕਟ ਤੇ। ਇੱਕ ਪੁਲਿਸ ਅਫਸਰ ਪਹਿਲਾਂ ਉਹਦੇ ਪਰਿਵਾਰ 'ਚ MLA ਦੀ ਸੀਟ ਵੀ ਰਹੀ ਆ, ਵਜ਼ੀਰੀ ਵੀ ਰਹੀ ਆ, ਉਹ ਤੋਂ ਅਸਤੀਫਾ ਦਵਾਇਆ, ਕਾਲੀ ਟਿਕਟ ਦੇਣੀ ਆ, ਉਹਦੇ ਵਾਲੀ ਸੀਟ ਬਹੁਜਨ ਸਮਾਜ ਪਾਰਟੀ ਨੂੰ ਅਲਾਟ ਹੋ ਗਈ। ਮੁੜ ਕੇ ਉਹ ਰੋਸ ਵਿੱਚ ਅਕਾਲੀ ਦਲ ਤੋਂ ਅਸਤੀਫਾ ਦੇ ਗਿਆ, ਬਹੁਜਨ ਸਮਾਜ ਪਾਰਟੀ 'ਚ ਹੀ ਸ਼ਾਮਲ ਹੋ ਗਿਆ ਜੀ। ਉਹ ਸੀਟ ਅਕਾਲੀ ਦਲ ਵੱਲੋਂ ਨਹੀਂ ਮਿਲੀ, ਬਹੁਜਨ ਸਮਾਜ ਪਾਰਟੀ ਵੱਲੋਂ ਮਿਲਣੀ ਆ। ਉਹੋ ਹੀ ਸਾਰੇ ਅਕਾਲੀ ਜੀ ਨਾਲ ਮਦਦ ਕਰਨੀ ਆ। ਫੱਟਾ ਮਾੜਾ ਜਿਹਾ ਬਦਲਤਾ, ਉਸੇ ਅਕਾਲੀ ਦਲ ਦਾ ਉਮੀਦਵਾਰ ਰਿਹਾ, ਬਸਪਾ ਵੱਲੋਂ ਚੋਣ ਨਿਸ਼ਾਨ ਬਦਲ ਲਿਆ, ਇੰਨਾ ਕਰ ਲਿਆ। ਅੱਗੇ ਅਕਾਲੀਆਂ ਵੀ ਦਿੱਲੀ 'ਚ ਕੀਤਾ ਸੀ, ਭਾਜਪਾ ਤੋਂ ਸੀਟਾਂ ਮੰਗੀਆਂ, ਉਹਨਾਂ ਨੇ 2 ਸੀਟਾਂ ਦਿੱਤੀਆਂ, ਕਹਿੰਦੇ ਉੱਥੇ ਸਾਡੇ ਬੰਦੇ ਕੋਈ ਨਹੀਂ। ਭਾਜਪਾ ਨੇ ਆਖਿਆ ਕੋਈ ਨਹੀਂ, ਉਮੀਦਵਾਰ ਵੀ ਅਸੀਂ ਦੇ ਦਿਆਂਗੇ। ਉਮੀਦਵਾਰ ਵੀ ਉਹਨਾਂ ਦੇ ਦਿੱਤੇ, ਉਹਨਾਂ ਦੇ ਕੌਂਸਲਰ ਸੀ, ਹਾਰ ਕੇ ਉਹ ਫਿਰ ਭਾਜਪਾ ਚਲੇ ਗਏ। ਇੱਥੇ ਵੀ ਅਕਾਲੀ ਦਲ ਦਾ ਬੰਦਾ ਸਮਝੌਤੇ 'ਚ ਸੀਟ BSP ਨੂੰ ਛੱਡ ਦਿੱਤੀ ਤੇ BSP ਤੋਂ ਕਹਿ ਕੇ ਆਪਣੇ ਬੰਦੇ ਨੂੰ ਟਿਕਟ ਦਿਵਾ ਲਈ ਜੀ। ਇੱਦਾਂ ਦਾ ਕੰਮ ਹੀ ਹੁੰਦਾ ਪਿਆ। ਹੁਣ ਸੁਖਬੀਰ ਸਿੰਘ ਬਾਦਲ ਦੀ ਰਾਜਨੀਤੀ ਤੇ ਆਪਾਂ ਹੀ, ਉਹ ਕਹਿੰਦਾ ਮੈਂ 3 ਸਰਕਾਰਾਂ ਨਾਲ ਇੱਕੋ ਵਕਤ ਲੜ ਰਿਹਾ। ਤਿੰਨਾਂ 'ਚੋਂ ਇੱਕ ਤਾਂ ਪੰਜਾਬ ਦੀ ਸਰਕਾਰ, ਉਹ ਕਹਿੰਦਾ ਵੀ ਕਾਂਗਰਸ ਪਾਰਟੀ ਨਾਲ ਲੜਾਈ ਨਹੀਂ, ਪੰਜਾਬ ਦੀ ਸਰਕਾਰ ਨਾਲ ਲੜਾਈ ਜੀ। ਦੂਜਾ ਕਹਿੰਦਾ ਅਰਵਿੰਦ ਕੇਜਰੀਵਾਲ ਜਿਹੜਾ, ਉਹਦੀ ਸਰਕਾਰ ਦਿੱਲੀ ਵਾਲੀ ਨਾਲ ਮੇਰੀ ਲੜਾਈ ਹੈ। ਤੀਜਾ ਕੇਂਦਰ ਸਰਕਾਰ ਜਿਹੜੀ ਨਰਿੰਦਰ ਮੋਦੀ ਦੀ, ਨਰਿੰਦਰ ਮੋਦੀ ਜਾਂ ਭਾਜਪਾ ਨਾਲ ਨਹੀਂ, ਕੇਂਦਰ ਦੀ ਸਰਕਾਰ ਨਾਲ ਲੜਾਈ। ਇਹਦੇ 'ਚ ਥੋੜ੍ਹਾ ਜਿਹਾ ਨੁਕਸਾ, ਪੰਜਾਬ ਦੀ ਸਰਕਾਰ ਹੈ, ਕਾਂਗਰਸ ਪਾਰਟੀ ਹੈ, ਕੇਂਦਰ ਦੀ ਸਰਕਾਰ ਹੈ, ਭਾਜਪਾ ਪਲੱਸ ਕੈਪਟਨ ਅਮਰਿੰਦਰ ਸਿੰਘ, ਦਿੱਲੀ ਸਰਕਾਰ ਹੈ, ਉਹ ਸਰਕਾਰ ਉੱਥੇ ਰਹਿ ਜਾਂਦੀ ਹੈ, ਆਮ ਆਦਮੀ ਪਾਰਟੀ ਵਾਲਾ ਇੱਥੇ ਆਉਂਦਾ, ਉੱਥੋਂ ਦੀ ਸਰਕਾਰ ਦੇ ਵਿੱਚੋਂ 4 ਅੰਨੇ ਲਿਆ ਕੇ ਇੱਥੇ ਪੰਜਾਬ 'ਚੋਂ ਖਰਚ ਨਹੀਂ ਕਰ ਸਕਦਾ ਜੀ। ਉਸ ਸਰਕਾਰ ਦੇ ਪੱਲੇ ਕੋਈ ਨਹੀਂ। ਪਿਛਲੇ ਸਾਲ ਭਾਰਤੀ ਜਨਤਾ ਪਾਰਟੀ ਪਾਰਲੀਮੈਂਟ 'ਚੋਂ ਪਾਸ ਕਰਾ ਚੁੱਕੀ ਹੈ ਕਿ ਦਿੱਲੀ ਵਿੱਚ ਸਰਕਾਰ ਦਾ ਮਤਲਬ ਅਸੈਂਬਲੀ ਜਾਂ ਕੈਬਨਿਟ ਜਾਂ ਮੁੱਖ ਮੰਤਰੀ ਨਹੀਂ, ਲੈਫਟੀਨੈਂਟ ਗਵਰਨਰ ਹੋਵੇਗਾ। ਜਿੱਥੇ ਤਾਕਤਾਂ ਸਾਰੀਆਂ ਲੈਫਟੀਨੈਂਟ ਗਵਰਨਰ ਕੋਲ ਆ, ਉਹ ਸੰਵਿਧਾਨਿਕ ਤੇ ਸੋਧ ਕਰਕੇ ਸੰਵਿਧਾਨ 'ਚ ਤੇ ਸਾਰੀਆਂ ਤਾਕਤਾਂ ਨੂੰ ਦਿੱਤੀਆਂ ਜਾ ਚੁੱਕੀਆਂ। ਉੱਥੋਂ ਤਾਂ ਫਿਰ ਕੇਜਰੀਵਾਲ ਹੀ ਆਉਂਦਾ, ਬਾਕੀ ਉਹਦੇ ਨਾਲ ਸਰਕਾਰ ਸਰਕੂਰ ਕੋਈ ਨਹੀਂ ਆਉਂਦੀ ਜੀ। ਫਿਰ ਵੀ ਇਹ ਗੱਲ ਪੱਕੀ ਹੈ ਕਿ ਇਸ ਵੇਲੇ ਬੜੇ ਕਸੂਤੇ ਹਾਲਾਤ ਵਿੱਚ ਹੈ ਅਕਾਲੀ ਦਲ। ਉਹਦੇ ਬਾਵਜੂਦ ਸੁਖਬੀਰ ਸਿੰਘ ਬਾਦਲ, ਉਹਦੀ ਧਰਮ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ, ਕਦੇ ਕਦੇ ਬਿਕਰਮ ਸਿੰਘ ਮਜੀਠੀਆ, ਇਹ ਰੈਲੀਆਂ ਕਰਦੇ ਪਏ। ਸੌਖੇ ਹਾਲਾਤ 'ਚ ਰੈਲੀਆਂ ਕਰਨਾ ਸੌਖਾ ਹੁੰਦਾ ਜੀ। ਜਦੋਂ ਲੋਕ ਗਾਲਾਂ ਕੱਢਦੇ ਹੋਣ, ਥਾਂ ਥਾਂ 'ਤੇ ਨੁਕਤਾਚੀਨੀ ਕਰਦੇ ਹੋਣ, ਰਾਹ ਜਾਂਦਿਆਂ ਨੂੰ ਵੱਟੇ ਵੀ ਮਾਰਦੇ ਹੋਣ, 1-2 ਥਾਵਾਂ 'ਤੇ ਜੁੱਤੀ ਵੀ ਸੁੱਟੀ ਗਈ ਹੋਵੇ, ਉਦੋਂ ਵੀ ਬੰਦਾ ਰੈਲੀਆਂ ਕਰੀ ਜਾਵੇ। ਝਾਕ ਤਾਂ ਕੁਛ ਹੁੰਦੀ ਹੈ ਨਾ ਜੀ। ਉਹ ਝਾਕ ਜਿਹੜੀ ਹੈ ਕਿੰਨੀ ਕਿਆ ਪੂਰੀ, ਕਿੰਨੀ ਦੀ ਕਿੰਨੀ ਨਹੀਂ ਹੁੰਦੀ ਮੈਨੂੰ ਪਤਾ ਨਹੀਂ, ਪਰ ਇਹ ਗੱਲ ਮੰਨਣੀ ਪਊ ਕਿ ਔਖੇ ਹਾਲਾਤ ਦੇ ਵਿੱਚ ਵੀ ਸੁਖਬੀਰ ਸਿੰਘ ਬਾਦਲ ਰੈਲੀਆਂ ਕਰ ਰਿਹਾ। ਜੀ ਪੰਨੂ ਸਾਹਿਬ, ਗੱਲ ਤਾਂ ਠੀਕ ਹੈ। ਸੁਖਬੀਰ ਸਿੰਘ ਬਾਦਲ ਕਹਿੰਦੇ ਆ ਕਿ ਲੜਾਈ ਦਿੱਲੀ ਸਰਕਾਰ ਨਾਲ। ਅਰਵਿੰਦ ਕੇਜਰੀਵਾਲ ਫਿਰ ਕੱਲ ਉਹਨਾਂ ਦੇ ਗੜ੍ਹ ਵਿੱਚ ਜਾ ਕੇ ਰੈਲੀ ਕਰਕੇ ਆਏ ਆ, ਬਹੁਤ ਸਾਰੇ ਐਲਾਨ ਕੀਤੇ ਆ। ਅਗਲੇ ਕਹਿੰਦੇ ਸਾਡਾ ਕੰਮ ਸਿਰਫ ਵਿਕਾਸ ਕਰਨਾ ਹੈ। ਉਹਨਾਂ ਨੂੰ ਕਿਵੇਂ ਦੇਖਦੇ ਆ? ਦੇਖੋ, ਐਲਾਨ ਕੀਤੇ ਆ, ਬੰਦਾ ਵੀ ਇਹਨਾਂ ਨੇ ਬੜਾ ਵਧੀਆ ਉੱਥੇ ਖੜਾ ਕੀਤਾ, ਗੁਰਮੀਤ ਸਿੰਘ ਖੁੱਡੀਆਂ, ਉਹਦੇ ਉੱਤੇ ਇਲਜ਼ਾਮ ਵੀ ਕੋਈ ਨਹੀਂ।
ਕਿਸੇ ਤੋਂ ਦੀਵਾਨੀ ਲੈਣੀ ਨਹੀਂ, ਪੱਲਿਓਂ ਖਰਚਣ ਵਾਲਾ। ਪਰ ਉੱਥੋਂ ਦਾ ਕਲਚਰ ਹੋ ਰਿਹਾ, ਉੱਥੋਂ ਦੀਆਂ ਰੈਲੀਆਂ 'ਚ ਕਦੇ ਇਹ ਪਤਾ ਨਹੀਂ ਲੱਗਦਾ ਕਿ ਬਣੇਗਾ ਕੀ। ਜੀ। ਕੈਪਟਨ ਅਮਰਿੰਦਰ ਸਿੰਘ ਵੀ ਪਿਛਲੀ ਵਾਰ ਖਲੋਤਾ ਸੀ ਲੰਬੀ 'ਚ। ਬਾਦਲ ਪਿੰਡ ਦੇ ਵਿੱਚ ਬਾਦਲ ਪਰਿਵਾਰ ਨੇ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਾਸਤੇ ਇਕੱਠ ਕੀਤਾ ਤੇ ਜਿੰਨੇ ਲੋਕ ਹੋਏ ਸੀ, ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਇਕੱਠ ਕੀਤਾ ਤੇ ਉਹਦੇ ਨਾਲ 5 ਗੁਣੇ ਲੋਕ ਸੀ ਤੇ ਜਿੱਤਿਆ ਤੇ ਪ੍ਰਕਾਸ਼ ਸਿੰਘ ਬਾਦਲ ਸੀ। ਜੀ। ਪਿਛਲੀ ਵਾਰੀ ਜਲਾਲਾਬਾਦ ਸੀਟ ਤੋਂ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਰਵਨੀਤ ਸਿੰਘ ਬਿੱਟੂ ਵੀ ਖੜਾ ਸੀ, ਭਗਵੰਤ ਮਾਨ ਵੀ। ਮੈਨੂੰ ਭਗਵੰਤ ਮਾਨ ਦਾ ਫੋਨ ਆਇਆ, ਗੱਲ ਚੱਲ ਪਈ ਸਧਾਰਨ। ਮੈਂ ਕਿਹਾ ਕੀ ਬਣੂ? ਕਹਿੰਦਾ ਮੈਂ ਪਹਿਲੇ ਨੰਬਰ ਤੇ, ਰਵਨੀਤ ਬਿੱਟੂ ਦੂਜੇ ਤੇ ਸੁਖਬੀਰ ਸਿੰਘ ਤੀਜੇ ਨੰਬਰ ਤੇ। ਮੈਂ ਕਿਹਾ ਕਿੱਥੋਂ ਲੱਗਾ ਅੰਦਾਜ਼ਾ? ਕਹਿੰਦਾ ਮੇਰੀ ਰੈਲੀ ਸਭ ਤੋਂ ਭਾਰੀ, ਬਿੱਟੂ ਦੀ ਦੂਜੇ ਨੰਬਰ ਦੀ, ਸੁਖਬੀਰ ਦੀ ਤੀਜੇ ਨੰਬਰ ਦੀ। ਮੈਂ ਕਿਹਾ ਫਿਰ ਸੁਖਬੀਰ ਜਿੱਤ ਗਿਆ, ਤੂੰ ਤੀਜੇ ਨੰਬਰ ਤੇ ਆਏਂਗਾ? ਕਹਿੰਦਾ ਕਿਉਂ? ਮੈਂ ਕਿਹਾ ਤੇਰੀ ਰੈਲੀ 'ਚ ਅੱਧੀ ਭੀੜ ਤੇਰੇ ਸਮਰਥਕਾਂ ਦੀ ਹੈ, ਅੱਧੇ ਲੋਕ ਉਹ ਆਏ ਆ ਜਿਨ੍ਹਾਂ ਨੇ ਵੱਡੇ ਘਰ ਵਾਲਿਆਂ ਦਾ ਬਲੱਡ ਪ੍ਰੈਸ਼ਰ ਹਾਈ ਕਰਨਾ ਇਸ ਗੱਲ ਵਾਸਤੇ ਕਿ ਨੋਟਾਂ ਵਾਲੀ ਬੋਰੀ ਨੂੰ ਥੋੜ੍ਹੀ ਬਹੁਤ ਹਵਾ ਲਵਾਓ। ਇਹ ਮੈਂ ਕਿਹਾ 3 ਸੀਟਾਂ ਇਹੋ ਜਿਹੀਆਂ ਹੁੰਦੀਆਂ ਜਿੱਥੇ ਸੁਖਬੀਰ ਸਿੰਘ ਖੜਾ ਹੋਵੇ, ਜਿੱਥੇ ਬਾਪੂ ਪ੍ਰਕਾਸ਼ ਸਿੰਘ ਬਾਦਲ ਖੜਾ ਹੋਵੇ, ਜਾਂ ਪਾਰਲੀਮੈਂਟ ਚੋਣ 'ਚ ਬੀਬੀ ਹਰਸਿਮਰਤ ਕੌਰ ਬਾਦਲ ਖੜੀ ਹੋਵੇ। ਉੱਥੇ ਜਿੱਤਦੇ ਇਹ ਹੁੰਦੇ ਆ, ਪਰ ਰੈਲੀਆਂ ਇਹਨਾਂ ਦੇ ਵਿਰੋਧੀਆਂ ਦੀਆਂ ਭਰਦੀਆਂ ਹੁੰਦੀਆਂ, ਕਿਉਂਕਿ ਜਦ ਤੱਕ ਵਿਰੋਧੀਆਂ ਦੀਆਂ ਰੈਲੀਆਂ ਨਾ ਭਰਨ ਉਹਨਾਂ ਚਿਰ ਤੱਕ ਫਿਰ ਜਿਹੜਾ ਅਖੀਰਲੇ 2 ਦਿਨਾਂ 'ਚ ਕੰਮ ਹੋਣਾ ਨਾ, ਰਾਤ ਬਰਾਤੇ ਘਰ ਘਰ ਜਾ ਕੇ ਮਿਲਣ ਦਾ ਤੇ ਮਨਾਉਣ ਦਾ, ਵੋਟਾਂ ਪੈਂਦੀਆਂ ਤੋਂ ਘਰਾਂ 'ਚ ਬੈਠਿਆਂ ਨੂੰ ਅਖੀਰਲੇ ਵਕਤ ਤੱਕ ਮਨਾ ਕੇ ਵੋਟਾਂ ਤੱਕ ਲਿਆਉਣ ਦਾ, ਪੋਲਿੰਗ ਬੂਥਾਂ ਤੱਕ, ਉਹ ਕੰਮ ਸੌਖਾ ਨਹੀਂ ਹੁੰਦਾ ਜੀ। ਉਹ ਉਦੋਂ ਹੀ ਹੁੰਦਾ ਜੇ ਤੁਹਾਡੀ ਰੈਲੀ ਜ਼ਿਆਦਾ ਭਰ ਜਾਵੇ। ਜੇ ਤੁਹਾਡੀ ਰੈਲੀ ਨਾ ਭਰੇ ਤੇ ਉਹਨਾਂ ਨੂੰ ਫਿਰ ਉਹ ਕਰਨ ਦੀ ਲੋੜ ਨਹੀਂ ਰਹਿ ਜਾਂਦੀ। ਉਹ ਮੈਨੂੰ ਕਹਿੰਦਾ ਨਾ ਮੈਂ ਸੀਟ ਕੱਢੀ ਪਈ ਆ। ਮੈਂ ਕਿਹਾ ਤੂੰ ਲਾ ਲਾ ਜ਼ੋਰ, ਜੇ ਤੇਰੀ ਰੈਲੀ ਪਹਿਲੇ ਨੰਬਰ ਦੀ ਹੈ, ਸੁਖਬੀਰ ਸਿੰਘ ਤੀਜੇ ਦੀ ਹੈ, ਸੁਖਬੀਰ ਸਿੰਘ ਜਿੱਤੇਗਾ, ਤੂੰ ਤੀਜੇ ਤੇ ਜਾਵੇਂਗਾ। ਹੁਣ ਭਗਵੰਤ ਮਾਨ ਨੂੰ ਅੱਜ ਕੋਈ ਪੁੱਛ ਕੇ ਵੇਖ ਲਵੇ, ਮੈਂ ਗੱਲ ਉਹਨੂੰ ਉਦੋਂ ਆਖੀ ਸੀ ਕਿ ਨਹੀਂ, ਔਰ ਨਤੀਜਾ ਉਹ ਨਿਕਲਿਆ, ਭਗਵੰਤ ਤੀਜੇ ਥਾਂ ਚਲਾ ਗਿਆ ਸੀ। ਇਹ ਪੰਨ ਸਾਹਿਬ ਕਿਆਸ ਰਾਈਆਂ ਹੁਣ ਲੱਗਣੀਆਂ ਸ਼ੁਰੂ ਹੋ ਗਈਆਂ, ਪਰ ਅੱਗੇ ਦੇ ਦਿਆਂ ਕਿ 2022 ਦੀਆਂ ਚੋਣਾਂ ਵਿੱਚ ਬਹੁਤ ਕੁਝ ਦੇਖਣ ਨੂੰ ਮਿਲਣਾ ਹੈ। ਦੂਸਰੇ ਪਾਸੇ ਪੰਨ ਸਾਹਿਬ ਕਿਸਾਨ ਤਾਂ ਘਰਾਂ ਨੂੰ ਆ ਗਏ ਹੈ, ਪਰ ਕੁਝ ਕੁ ਕਿਸਾਨ ਜਥੇਬੰਦੀਆਂ ਦੇ ਆਗੂ ਇੱਕ ਦੂਜੇ ਤੇ ਦੋਸ਼ ਲਗਾ ਰਹੇ ਆ। ਬਲਵੀਰ ਸਿੰਘ ਰਾਜੇਵਾਲ ਤੇ ਡੱਲੇਵਾਲ ਆਮੋ ਸਾਹਮਣੇ ਆ। ਇਹਨਾਂ ਦੇ ਵਿੱਚ ਜੋ ਵੀ ਗੱਲਬਾਤ ਹੋ ਰਹੀ ਹੈ, ਦੋਸ਼ ਲੱਗ ਰਹੇ ਆ, ਕਿਵੇਂ ਦੇਖਦੇ ਆ? 1.25 ਸਾਲ ਦੇ ਕਰੀਬ ਇਹਨਾਂ ਦਾ ਕਿਸਾਨਾਂ ਦਾ ਮੋਰਚਾ ਚੱਲਿਆ ਜੀ। ਉਹਦੇ ਚੋਂ 12.5 ਮਹੀਨੇ ਦੇ ਕਰੀਬ ਤਾਂ ਦਿੱਲੀ ਵਾਲੇ ਬਾਰਡਰ ਤੇ ਬੈਠੇ ਰਹੇ, ਬਾਕੀ ਸਮਾਂ ਪਹਿਲਾਂ ਪੰਜਾਬ 'ਚ ਮੋਰਚਾ ਲਿਆ ਸੀ। ਇੰਨੀ ਸ਼ਾਨਦਾਰ ਲੜਾਈ ਲੜੀ, ਕਈ ਮੋੜ ਘੇੜਾਏ, ਉਹਨਾਂ ਸਾਰਿਆਂ 'ਚ ਇਕੱਠੇ ਰਹੇ। ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਾਰੇ ਸਾਰੇ ਕਹਿੰਦੇ ਸੀ ਕਿ ਉਹ ਕਦੇ ਕਿਸੇ ਦੇ ਅੱਗੇ ਝੁਕਦਾ ਨਹੀਂ। ਕਿਸਾਨਾਂ ਦੇ ਇੱਕ ਨੇ ਉਹਨੂੰ ਝੁਕਾਤਾ ਜੀ। ਜੇ ਮੈਂ ਬਲਵੀਰ ਸਿੰਘ ਰਾਜੇਵਾਲ ਦੀ ਬੋਲੀ 'ਚ ਕਹਾਂ ਤੇ ਉਹ ਕਹਿੰਦਾ ਝੁਕਦਾ ਨਹੀਂ ਸੀ, ਟੁੱਟ ਹੀ ਗਿਆ। ਕਿਉਂਕਿ ਜਿਹੜਾ ਲਿਖਦਾ ਨਾ ਹੋਵੇ ਉਹ ਟੁੱਟ ਜਾਂਦਾ। ਇੱਥੋਂ ਤੱਕ ਕਰਕੇ ਮੁੜੇ ਸਾਰਾ ਕੁਝ ਹੋਣ ਤੋਂ ਬਾਅਦ ਹੁਣ ਜਿਹੜੀ ਆਪੋ ਵਿੱਚ ਖੇਡ ਆਉਣ ਲੱਗ ਪਿਆ, ਇਹ ਚੰਗੀ ਨਹੀਂ। ਉੱਥੇ ਚੱਲਦੇ ਮੋਰਚੇ 'ਚ ਇਹਨਾਂ 'ਚੋਂ ਇੱਕ ਲੀਡਰ ਪੰਜਾਬ ਵਿੱਚ ਆ ਕੇ ਗੇੜੇ ਮਾਰਦਾ ਸੀ ਕਿ ਇਹ ਕਿਸਾਨਾਂ ਦਾ ਮੋਰਚਾ ਤਾਂ ਰਹਿ ਗਿਆ ਇੱਕ ਪਾਸੇ, ਮੈਂ ਮਿਸ਼ਨ 2022 ਦੇ ਅਧੀਨ ਕੰਮ ਕਰਦਾ, ਅਸੀਂ ਤਾਂ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਲੜਨੀਆਂ ਜੀ। ਬਾਕੀ ਸਾਰੇ ਕਹਿੰਦੇ ਸੀ ਕਿ ਰਾਜਨੀਤੀ ਨਾ ਕਰ, ਇੱਥੇ ਟਿਕ ਕੇ ਬੈਠ, ਤੂੰ ਇਹ ਕੰਮ ਨਾ ਕਰ। ਉਹਨੂੰ ਸਸਪੈਂਡ ਵੀ ਕੀਤਾ ਗਿਆ, ਫਿਰ ਵੀ ਉਹ ਲੱਗਾ ਰਿਹਾ। ਉਹ ਤੇ ਮੁੜ ਕੇ ਕਿਸਾਨ ਲੀਡਰ ਕਹਿੰਦੇ ਆ ਕਿ ਸਾਨੂੰ ਕਹਿੰਦਾ ਸੀ ਮੈਨੂੰ ਫੇਰ ਕਰਨਾ ਕਰ ਦਿਓ ਸਸਪੈਂਡ, ਪਰ ਮੈਂ ਇਹ ਕੰਮ ਕਰਦੇ ਰਹਿਣਾ। ਜਦੋਂ ਇਹ ਮੋਰਚਾ ਜਿੱਤਿਆ ਗਿਆ, ਉਸੇ ਦਿਨ ਤੋਂ ਫਿਰ ਸਰਗਰਮ ਆ। ਆਪਣੇ ਰਾਜ ਹਰਿਆਣੇ 'ਚ ਉਹਨੇ ਚੋਣ ਲੜੀ ਸੀ, 1,37,000 ਤੋਂ ਵੱਧ ਵੋਟਾਂ ਉਸ ਸੀਟ ਤੇ ਪਈਆਂ ਸੀ। ਉਹਨਾਂ ਦਾ 1% ਗਿਣੀਏ ਤੇ 1370 ਤੋਂ ਵੱਧ ਚਾਹੀਦੀਆਂ ਨੇ, ਉਹਦੀਆਂ ਉਦੋਂ ਵੀ ਘੱਟ ਸੀ, ਜਾਨੀ 1% ਵੋਟਾਂ ਵੀ ਉਹਨੂੰ ਨਹੀਂ ਸੀ ਮਿਲੀਆਂ। ਹੋ ਸਕਦਾ ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਸਿੱਧ ਉੱਥੋਂ ਵਾਲਾ ਨੂੰ ਜਾਪਦਾ ਹੋਵੇ ਵੀ ਆਪਣਾ ਹੀ ਆ, ਗੁਰਨਾਮ ਸਿੰਘ ਦਾ ਕੀ ਆ, ਤੇ ਪੰਜਾਬ ਵਾਲੀ ਹੋ ਸਕਦਾ ਵੀ ਉਹਨੂੰ ਪਰਖਣ ਵਾਸਤੇ ਵੋਟਾਂ ਪਾ ਦੇਣ, ਸਾਨੂੰ ਕੀ ਆ। ਪਰ ਇਹਦੇ ਨਾਲ ਘਚੋਲਾ ਇਦਾਂ ਦਾ ਪੈਦਾ ਹੋਵੇਗਾ, ਬਹੁਤ ਸਾਰੇ ਲੋਕਾਂ ਦੇ ਮਨ 'ਚ ਇਹ ਆਵੇਗੀ ਕਿਸਾਨਾਂ ਦੀ ਲੀਡਰਸ਼ਿਪ ਜਿਹੜੀ ਆ, ਇਹ ਕਿਸਾਨਾਂ ਦੇ ਸੰਘਰਸ਼ ਨਾਲੋਂ ਜ਼ਿਆਦਾ ਕੁਰਸੀ ਵੱਲ ਝਾਕਦੀ ਰਹੀ ਆ। ਜੀ। ਇਹ ਚੰਗਾ ਹੁੰਦਾ ਇਹ ਕੰਮ ਨਾ ਕਰਦੇ।
ਜਿਨ੍ਹਾਂ ਨੇ ਕਰਨਾ ਸੀ, ਜਦੋਂ ਪਹਿਲਾਂ ਗੱਲ ਚੱਲਦੀ ਸੀ ਕਿ ਰਾਜਨੀਤੀ ਕਰਨ ਵਾਲੇ ਪਾਸੇ ਹੋ ਜਾਓ, ਉਦੋਂ ਹੀ ਪਾਸੇ ਹੋ ਜਾਂਦੇ। ਹੁਣ ਵੀ ਜਦੋਂ ਦਿੱਲੀ ਤੋਂ ਮੋਰਚਾ ਖਤਮ ਕੀਤਾ ਗਿਆ, ਸਮਾਪਤੀ ਦਾ ਐਲਾਨ ਕੀਤਾ ਤੇ ਪੰਜਾਬ ਵੱਲ ਨੂੰ ਤੇ ਹਰਿਆਣੇ ਦੇ ਪਿੰਡਾਂ ਵੱਲ ਨੂੰ ਜਥੇ ਤੁਰੇ ਨੇ ਵਾਪਸੀ ਤੇ, ਉਦੋਂ ਡਾਕਟਰ ਦਰਸ਼ਨਪਾਲ ਨੇ ਆਖਿਆ ਸੀ ਜਿਨ੍ਹਾਂ ਨੇ ਰਾਜਨੀਤੀ ਕਰਨੀ ਹੈ ਸੰਯੁਕਤ ਕਿਸਾਨ ਮੋਰਚੇ ਤੋਂ ਪਾਸੇ ਹੋ ਜਾਓ। ਹੁਣ ਕੋਈ ਕਹਿੰਦਾ ਜੀ ਡੱਲੇਵਾਲ ਨੇ ਕਰਨੀ ਰਾਜਨੀਤੀ, ਕੋਈ ਕਹਿੰਦਾ ਰਾਜੇਵਾਲ ਨੇ। ਡੱਲੇਵਾਲ ਨੇ ਸਾਫ਼ ਕਹਿਤਾ ਕਿ ਮੈਂ ਕੋਈ ਰਾਜਨੀਤੀ ਨਹੀਂ ਕਰਨੀ। NRI ਤੋਂ ਬਹੁਤ ਪੈਸਾ ਆਇਆ ਪਰ ਬਾਕੀ ਜਥੇਬੰਦੀਆਂ ਨੂੰ ਆਇਆ ਨਾ। ਮੈਂ ਮੰਗਿਆ ਨਾ, ਮੈਨੂੰ ਕਿਸੇ ਨੇ ਇੱਕ ਦੀਵਾਨੀ ਭੇਜੀ ਆ ਕਿਉਂਕਿ ਮੈਂ ਕਹਿਤਾ ਸੀ ਨਾ ਭੇਜੋ। ਉਹਦੇ ਵਿੱਚ ਹੀ ਗੱਲ ਚੱਲ ਪਈ ਰਾਜੇਵਾਲ ਦੀ। ਹੁਣ ਮੈਂ ਨਹੀਂ ਉਹ ਬਿਆਨ ਪੜ੍ਹਿਆ ਪਰ ਕਈ ਲੋਕ ਕਹੀ ਜਾਂਦੇ ਆ ਬਲਬੀਰ ਸਿੰਘ ਰਾਜੇਵਾਲ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਆਖਿਆ RSS ਨਾਲ ਜੁੜਿਆ, ਤੇ ਜਗਜੀਤ ਸਿੰਘ ਡੱਲੇਵਾਲ ਨੇ ਆਖਿਆ ਕਿ ਮੇਰੇ ਤੋਂ ਪਹਿਲਾਂ ਦਾ ਫਿਰ ਰਾਜੇਵਾਲ ਜੁੜਿਆ ਹੋਊਗਾ। ਇਹ ਦੋਵੇਂ ਪੁਰਾਣੇ ਲੀਡਰ ਨੇ, ਦੋਵਾਂ ਦੀ ਲੋਕ ਇੱਜ਼ਤ ਕਰਦੇ ਆ। ਸਟੇਜ ਤੇ ਬੋਲਦੇ ਆ ਰਾਜੇਵਾਲ ਹੋਰੀ ਕਹਿੰਦੇ ਹੁੰਦੇ ਸੀ ਸਾਡੇ ਵੀਰ ਡੱਲੇਵਾਲ ਸਾਹਿਬ ਆ ਕਹਿੰਦੇ ਆ, ਡੱਲੇਵਾਲ ਹੋਰੀ ਕਹਿੰਦੇ ਹੁੰਦੇ ਸੀ ਸਾਡੇ ਵੀਰ ਰਾਜੇਵਾਲ ਸਾਹਿਬ ਆ ਕਹਿੰਦੇ ਆ। ਉੱਥੇ ਇੰਨਾ ਸੋਹਣਾ ਮੋਰਚਾ ਲਾ ਕੇ ਜਿੱਤ ਕੇ ਆਏ ਨੇ ਤੇ ਆਉਂਦਿਆਂ ਸਾਰੀ ਜੇ ਖਖੜੀਆਂ ਕਰੇਲੇ ਹੋ ਗਏ, ਇੱਕ ਦੂਸਰੇ ਉੱਤੇ ਇਹਨਾਂ ਨੇ ਖੇ ਸੁੱਟਣੀ ਸ਼ੁਰੂ ਕਰ ਦਿੱਤੀ। ਫਿਰ 2 ਉਹਨੂੰ ਗਲਤ ਆਖਣਗੇ, 4 ਉਹਨੂੰ ਗਲਤ ਆਖਣਗੇ, 6 ਜਿਹੜੇ ਇਹਨਾਂ ਸਾਰਿਆਂ ਨੂੰ ਗਲਤ ਆਖਣਗੇ ਜੀ। ਨਤੀਜਾ ਕੀ ਨਿਕਲੇਗਾ? ਜਿਹੜੀ ਮੂਵਮੈਂਟ ਇੰਨੀ ਚੜ੍ਹਾਈ ਸੀ ਕਿ ਹੁਣ ਉਹਦਾ ਪੱਠਾ ਬਿਠਾਉਣਾ। ਪੰਜਾਬ ਦੇ ਲੋਕਾਂ ਨੇ ਇਹਨਾਂ ਦੀ ਬਹੁਤ ਇੱਜ਼ਤ ਕੀਤੀ ਸੀ। ਇਹ ਦਿੱਲੀ ਬੈਠੇ ਸੀ, ਇੱਥੇ ਨਗਰ ਕੌਂਸਲਾਂ ਦੀਆਂ ਚੋਣਾਂ ਹੋਈਆਂ। ਸ੍ਰੀ ਹਰਗੋਬਿੰਦਪੁਰ ਦੀ ਨਗਰ ਕੌਂਸਲ ਸ਼ਾਇਦ ਉਹਦੀਆਂ 13 ਸੀਟਾਂ ਸਨ। 12 ਸੀਟਾਂ ਦੇ ਉੱਤੇ ਆਜ਼ਾਦ ਉਮੀਦਵਾਰ ਉਹ ਖਲੋ ਗਏ ਜਿਨ੍ਹਾਂ ਨੇ ਟਰੈਕਟਰ ਦਾ ਚੋਣ ਨਿਸ਼ਾਨ ਲੈ ਲਿਆ ਜੀ। 13ਵੀਂ ਸੀਟ ਤੇ ਟਰੈਕਟਰ ਦੇ ਨਿਸ਼ਾਨ ਵਾਲਾ ਨਹੀਂ ਸੀ, ਉੱਥੇ ਹੋਰ ਬੰਦਾ ਜਿੱਤ ਗਿਆ। 12 ਸੀਟਾਂ ਤੇ ਆਜ਼ਾਦ ਉਹ ਜਿੱਤੇ ਜਿਨ੍ਹਾਂ ਦੇ ਕੋਲ ਟਰੈਕਟਰ ਨਿਸ਼ਾਨ ਸੀ। ਲੋਕਾਂ ਨੇ ਬੰਦਾ ਨਹੀਂ ਵੇਖਿਆ, ਪਾਰਟੀ ਨਹੀਂ ਵੇਖੀ, ਆਜ਼ਾਦ ਨਹੀਂ ਵੇਖਿਆ, ਟਰੈਕਟਰ ਵੇਖਿਆ, ਕੜਾਚ ਮੋੜ ਟਰੈਕਟਰ ਤੇ ਕੜਾਚ ਮੋੜ ਟਰੈਕਟਰ ਤੇ ਲਾਈ ਗਏ। ਉਦੋਂ ਹੀ ਇਹ ਗੱਲ ਚੱਲ ਪਈ ਕਿ ਹੁਣ ਸਾਰੇ ਪੰਜਾਬ 'ਚ ਟਰੈਕਟਰ ਦਾ ਨਿਸ਼ਾਨ ਲੈ ਕੇ ਖਲੋ ਜਾਓ ਤੇ ਕਿਸਾਨ ਮੋਰਚਾ ਜਿੱਤ ਜਾਓ। ਮੈਂ ਸਮਝਦਾ ਕਿ ਇਹ ਜ਼ਰੂਰਤ ਤੋਂ ਵੱਡੀਆਂ ਆਸਾਂ ਲਾਉਣ ਵਾਲੀ ਗੱਲ ਹੈ ਜਿਹੜੀਆਂ ਇਹਨਾਂ ਨੂੰ ਲਾਉਣੀਆਂ ਨਹੀਂ ਚਾਹੀਦੀਆਂ ਜੀ। ਜੋ ਇਹਨਾਂ ਨੇ ਜਿੱਤਿਆ ਇਹ ਕਿਸਾਨਾਂ ਦੇ ਲੀਡਰ ਆ ਤੇ ਕਿਸਾਨਾਂ ਦੇ ਬਣ ਕੇ ਰਹਿਣ। ਜੇ ਰਾਜਨੀਤੀ ਚਾਹਣਗੇ, ਇਹਨਾਂ 'ਚੋਂ ਕੁਝ ਲੋਕ ਰਾਜਨੀਤੀ ਕਰਨਗੇ, ਕੁਝ ਲੋਕ ਰਾਜਨੀਤੀ ਨਹੀਂ ਕਰਨਗੇ, ਕੁਝ ਲੋਕ ਰਾਜਨੀਤੀ ਕਰਨਗੇ ਵੀ ਨਹੀਂ ਤੇ ਕਰਨ ਦੇਣਗੇ ਵੀ ਨਹੀਂ। ਇਹਦੇ ਨਾਲ ਖੇਡ ਉੱਡੇਗੀ, ਉੱਤੋਂ ਇਹ ਬਚ ਸਕਦੇ ਆ ਤੇ ਬਚਣ, ਨਹੀਂ ਤੇ ਭੁੱਖ ਵਿੱਚ ਕਿਤੇ ਲੋੜ ਪਈ ਇਹੋ ਜਿਹੇ ਮੋਰਚੇ ਦੀ, ਉਹ ਇਹਨਾਂ ਤੋਂ ਲੜਿਆ ਨਹੀਂ ਜਾਣਾ ਜੀ। ਖੇ ਉੱਡਦੀ ਇਹਨਾਂ ਨੂੰ ਅੰਤ ਨੂੰ ਤੰਗ ਕਰੂ। ਉਹ ਇਕੱਠ ਜੋ ਰਹਿ ਗਿਆ ਫਿਰ ਰਹਿਣਾ ਨਹੀਂ। ਪਰ ਸਾਹਿਬ ਇੱਕ ਸਵਾਲ ਹੋਰ ਸੀਗਾ ਕਿ MSP ਦੀ ਗਰੰਟੀ ਦਾ ਸਭ ਤੋਂ ਜ਼ਿਆਦਾ ਰੌਲਾ ਪਾਇਆ ਜਾ ਰਿਹਾ ਸੀ। ਸਰਕਾਰ ਨੇ ਕਿਹਾ ਵੀ ਅਸੀਂ ਮੀਟਿੰਗ ਕਰਾਂਗੇ, ਬਾਅਦ ਦੇ ਵਿੱਚ ਰਿਵਿਊ ਮੀਟਿੰਗ ਵੀ ਕੀਤੀ ਜਾਏਗੀ ਤੇ ਫੈਸਲਾ ਲਿਆ ਕਿ 3 ਕਮੇਟੀਆਂ ਵੀ ਬਣਾਉਣੀਆਂ। ਨਵਜੋਤ ਸਿੰਘ ਸਿੱਧੂ ਨੇ ਹੁਣ ਕਿਹਾ ਪੰਜਾਬ ਵਿੱਚ ਜੇਕਰ ਸਰਕਾਰ ਆਉਂਦੀ ਆ ਤਾਂ MSP ਦੀ ਗਰੰਟੀ ਦਿੱਤੀ ਜਾਏਗੀ ਤੇ ਖਾਣ ਵਾਲੇ ਤੇਲ ਤੇ ਦਿੱਤੀ ਜਾਊਗੀ। ਇਹ ਕਿਵੇਂ ਦੇਖਦੇ ਆ ਨਵਜੋਤ ਸਿੰਘ ਸਿੱਧੂ ਦੇ ਇਸ ਬਿਆਨ ਨੂੰ? ਦੇਖੋ, ਕਣਕ ਤੇ ਝੋਨੇ ਦੀ ਤੇ MSP ਪਹਿਲਾਂ ਵੀ ਆ ਜੀ, ਯੂਪੀ 'ਚ ਨਹੀਂ, ਸਾਡੇ ਕੋਲ ਤਾਂ ਇੱਥੇ ਹੈਗੀ ਆ, ਉਹਦੀ ਗਰੰਟੀ ਹੈਗੀ ਆ, ਅੱਗੋਂ ਹੋਰ ਵਧੇਗੀ। ਖਾਣ ਵਾਲੇ ਤੇਲ ਨੇ ਮੱਕੀ ਆ, ਮੱਕੀ ਦੀ MSP ਹੋਰ ਹੁੰਦੀ ਆ, ਭਾਅ ਬਹੁਤ ਡਿੱਗ ਪੈਂਦਾ। ਨਵਜੋਤ ਸਿੰਘ ਸਿੱਧੂ ਨੇ ਕੱਲ੍ਹ ਇੱਕ ਨਵੀਂ ਗੱਲ ਆਖੀ ਆ। ਉਹਨੇ ਆਖਿਆ ਜੇ ਸਾਡੀ ਸਰਕਾਰ ਦੁਬਾਰਾ ਬਣ ਗਈ, ਅਸੀਂ MSP ਦਾ ਮਿਨੀਮਮ ਸਪੋਰਟ ਪ੍ਰਾਈਸ ਘੱਟੋ ਘੱਟ ਖਰੀਦ ਕੀਮਤ ਜਿਹੜੀ ਆ ਉਹਦਾ ਰੂਪ ਬਦਲ ਦਿਆਂਗੇ। ਅਸੀਂ ਇਹ ਕਰਾਂਗੇ ਕਿ ਜਿਹੜੇ ਖਾਣ ਵਾਲੇ ਤੇਲ ਆ ਉਹਨਾਂ 'ਤੇ ਵੀ, ਖੁਰਾਕਾਂ 'ਤੇ ਵੀ, ਅਨਾਜ 'ਤੇ ਵੀ MSP ਦਿਆਂਗੇ ਤੇ ਉਹਦੀ ਗਰੰਟੀ ਕਰਾਂਗੇ ਜੀ। ਗਰੰਟੀ ਇੱਦਾਂ ਕਰਾਂਗੇ, ਫਰਜ਼ ਕਰੋ ਕੋਈ ਤੇਲ ਵਾਲੇ ਬੀਜ ਨੇ, ਕਈ ਫਸਲਾਂ ਇਹੋ ਜਿਹੀਆਂ ਜਿਨ੍ਹਾਂ 'ਚੋਂ ਤੇਲ ਨਿਕਲਦਾ, ਸਰੋਂ ਤੋਰੀਆ ਹੈਗੇ ਨੇ ਨਾ, ਬਿਲਕੁਲ। ਦਾਲਾਂ ਨੇ, ਉਹਨਾਂ 'ਚੋਂ ਕਹਿੰਦਾ ਫਰਜ਼ ਕਰੋ ਕਿਸੇ ਦੀ MSP ਆ ਜਾਂਦੀ ਹੈ 3600 ਰੁਪਇਆ ਕੁਇੰਟਲ, ਬਾਜ਼ਾਰ ਦੇ ਵਿੱਚ ਵਪਾਰੀ ਰਲ ਕੇ ਭਾਅ ਡੇਗ ਦਿੰਦੇ ਆ ਤੇ ਲੈ ਆਉਂਦੇ ਆ 1600 ਰੁਪਏ ਤੇ। ਅਸੀਂ ਚੁੱਕ ਨਹੀਂ ਸਕਦੇ ਕਿਉਂਕਿ ਸਰਕਾਰ ਕੋਲ ਗੋਦਾਮ ਨਹੀਂ। ਅਸੀਂ ਇਹ ਕਵਾਂਗੇ 1600 ਤੇ ਹੀ ਵੇਚੋ, ਪਰ ਵੇਚੋ ਲੀਗਲ ਕਾਨੂੰਨੀ ਰਸੀਦ ਕੱਟ ਕੇ। MSP ਦੀ ਗਰੰਟੀ ਜੇ ਤੁਹਾਡੀ 3600 ਦੀ ਆ ਤੇ ਬਾਕੀ 2000 ਰੁਪਇਆ ਪਰ ਕੁਇੰਟਲ ਤੁਹਾਨੂੰ ਪੰਜਾਬ ਸਰਕਾਰ ਦੇਵੇਗੀ। ਗਰੰਟੀ ਦਾ ਮਤਲਬ ਗਰੰਟੀ ਰਹੇਗਾ। ਜੇ ਕਹਿਤਾ ਤੁਹਾਨੂੰ 3600 ਰੁਪਇਆ ਕੁਇੰਟਲ ਦੇਣਾ ਤੇ ਇੰਨਾ ਹੀ ਦਿਆਂਗੇ। ਜੇ 1600 ਤੁਹਾਡੇ ਤੋਂ ਖਰੀਦਦਾਰ ਦਿੰਦਾ ਤੁਹਾਨੂੰ, ਉਹ ਲੈ ਲਓ, ਬਾਕੀ ਪੈਸੇ ਅਸੀਂ ਦਿਆਂਗੇ। ਇਹ ਗੱਲ ਅਜੇ ਤੱਕ ਕਦੇ ਕਿਸੇ ਨੇ ਆਖੀ ਨਹੀਂ ਸੀ, ਉਹਨੇ ਕਹਿਤੀ ਹੈ। ਇਸ ਗੱਲ ਦਾ ਅਰਥ ਹੈ ਕਈ ਲੋਕੀ ਦੀ ਕਦਰ ਪਾ ਸਕਦੇ ਆ। ਕਿੰਨੀ ਕਦਰ ਪੈਂਦੀ ਕਿੰਨੀ ਨਹੀਂ ਮੈਨੂੰ ਨਹੀਂ ਪਤਾ,
ਨਵਜੋਤ ਸਿੰਘ ਸਿੱਧੂ ਕਈ ਗੱਲਾਂ ਬੇਲੋੜੀਆਂ ਵੀ ਕਰਦਾ ਹੁੰਦਾ ਸੀ, ਉਹਦੀ ਨੁਕਤਾਚੀਨੀ ਵੀ ਕਰਦੇ, ਜੀ। ਪਰ ਜੇ ਉਹਨੇ ਇੱਕ ਠੋਸ ਗੱਲ ਆਖੀ ਹੈ ਜਾਂ ਤਾਂ ਕੋਈ ਇਹਦੀ ਕਾਟ ਕਰੇ, ਨਹੀਂ ਤੇ ਫਿਰ ਨੂੰ ਮੰਨ ਲਓ। ਦੂਸਰੇ ਪਾਸੇ ਪੰਜਾਬ ਨੂੰ ਨਵੇਂ ਡੀਜੀਪੀ ਮਿਲ ਗਏ ਹੈ। ਲੰਬੇ ਸਮੇਂ ਤੋਂ ਨਾਮ ਉਹਨਾਂ ਦਾ ਪਹਿਲਾਂ ਵੀ ਸੂਚੀ ਵਿੱਚ ਆਇਆ, ਪਤਾ ਨਹੀਂ ਕਿਹੜੀ ਬਿੱਲੀ ਰਸਤਾ ਕੱਟਦੀ ਰਹੀ ਹੈ, ਪਰ ਹੁਣ ਕਾਰਜਕਾਰੀ ਡੀਜੀਪੀ ਉਹਨਾਂ ਨੂੰ ਲਗਾ ਦਿੱਤਾ ਗਿਆ। ਕੀ ਕਹਿਣਾ? ਬਹੁਤ ਸੀਨੀਅਰ ਹੈ, ਸ਼ਾਇਦ ਸਾਰਿਆਂ ਤੋਂ ਸੀਨੀਅਰ। ਜੀ। ਹੱਕ ਵੀ ਬਣਦਾ ਸੀ, ਹੁਣ ਤੱਕ ਨਹੀਂ ਇਹਨੂੰ ਹੱਕ ਮਿਲਿਆ। ਕੁਝ ਮਾਮਲਿਆਂ ਦੇ ਵਿੱਚ ਵਿਰੋਧ ਸਨ, ਇਹਨੇ ਕੇਸ ਵੀ ਲੜਿਆ, ਉੱਪਰ ਜਾ ਕੇ ਗੱਲ ਨਹੀਂ ਬਣੀ। ਇੱਕ ਥਾਂ ਤੋਂ ਜਿੱਤ ਗਿਆ, ਇੱਕ ਥਾਂ ਤੋਂ ਹਾਰ ਗਿਆ, ਇੱਕ ਥਾਂ ਤੋਂ ਜਿੱਤ ਗਿਆ, ਇੱਕ ਥਾਂ ਤੋਂ ਹਾਰ ਗਿਆ, ਚੱਲਦਾ ਰਿਹਾ। ਆਦਮੀ ਕਿਹਾ ਜਾਂਦਾ ਕਿ ਸੱਚਾ ਸੁੱਚਾ, ਜੀ। ਮੈਂ ਨਿੱਜੀ ਤੌਰ ਤੇ ਜਾਣਦਾ ਨਹੀਂ, ਕਿਤੇ ਇੱਕ ਅੱਧੀ ਵਾਰੀ ਆਮੋ ਸਾਹਮਣੇ ਹੋਏ ਹੋਵਾਂਗੇ, ਮੈਨੂੰ ਯਾਦ ਨਹੀਂ। ਉਹ ਬੰਦੇ ਨੇ ਡਰੱਗ ਕੇਸ ਦੀ ਪੜਤਾਲ ਕੀਤੀ ਸੀ, ਕਹਿੰਦੇ ਆ ਬਿਕਰਮ ਸਿੰਘ ਮਜੀਠੀਆ ਤੇ ਦੂਜਿਆਂ ਦੇ ਨਾਂ ਇੰਨੇ ਪਾਏ ਸੀ, ਜਾਂ ਫਿਰ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਪਾਏ ਸੀ। ਹੁਣ ਜੇ ਇਹਨੂੰ ਦੇ ਦਿੱਤੀ ਜਾਂਦੀ ਜਾਂਚ, ਤੇ ਹੁਣ ਨੂੰ ਬਿਕਰਮ ਸਿੰਘ ਮਜੀਠੀਆ ਨੂੰ ਫੜ ਕੇ ਅੰਦਰ ਦੇ ਦਿੰਦਾ ਜੀ। ਹੁਣ ਆ ਜਿਹੜਾ ਪੜਾਅ ਆ ਗਿਆ, ਜਿਹਦੇ ਵਿੱਚ ਪਹਿਲਾਂ ਇੱਕ ਡੀਜੀਪੀ ਨਾਲ ਲਾਇਆ, ਉਹਦੇ ਤੋਂ ਇਹ ਕੰਮ ਨਹੀਂ ਕੀਤਾ ਗਿਆ, ਫਿਰ ਇੱਕ ਐਡੀਸ਼ਨਲ ਡੀਜੀਪੀ AK ਅਸਥਾਨਾ ਨੂੰ ਜ਼ਿੰਮੇਵਾਰੀ ਸੌਂਪੀ, ਤੇ ਉਹ ਸਾਰੇ ਘੱਟੇ ਕੋਟੀਆਂ ਰਲਾ ਕੇ ਵੀ ਝਾਨੀ ਕੱਖ ਵੀ, ਤੇ ਕੇਸ ਦਾ ਪੱਠਾ ਬਿਠਾ ਕੇ ਆਪ ਜਾ ਕੇ ਹਸਪਤਾਲ ਬਹਿ ਗਿਆ। ਇੱਕ ਹੋਰ ਨੂੰ ਲਾਉਣ ਲੱਗੇ ਸੀ, ਉਹ ਅਖੀਰਲੇ ਵਕਤ ਕਹਿ ਗਿਆ ਮੈਂ ਨਹੀਂ ਕੰਮ ਕਰਨਾ। ਜੀ। ਹੁਣ ਵਾਰੀ ਆ ਗਈ ਆ ਮਿਸਟਰ ਸਿਧਾਰਥ ਚੱਟੋਪਾਧਿਆਏ ਦੀ। ਚੱਟੋਪਾਧਿਆਏ ਜੇ ਤਾਂ ਕੁਝ ਕਰ ਸਕਦਾ ਫਿਰ ਤਾਂ ਹੱਥ ਪਾਵੇ, ਨਹੀਂ ਤੇ ਜਿਹੜੀ ਗੱਲ ਮੈਂ ਪਿਛਲੇ ਮੰਗਲਵਾਰ ਆਖੀ ਹੈ ਕਿ ਜਦੋਂ ਰੇਡਰ ਲਾਈਨ ਤੇ ਪਹੁੰਚਿਆ ਹੋਵੇ, ਉਦੋਂ ਕੋਈ ਸਿਆਣਾ ਜਾਫੀ ਉਹਨੂੰ ਹੱਥ ਨਹੀਂ ਪਾਉਂਦਾ ਹੁੰਦਾ। ਜੀ। ਜਦੋਂ ਕੋਈ ਨਹੀਂ ਲੱਭਾ ਤੇ ਮਰਿਆ ਸੱਪ ਸਿਧਾਰਥ ਚੱਟੋਪਾਧਿਆਏ ਦੇ ਗਲ ਪਾ ਦਿੱਤਾ। ਇਸ ਮੌਕੇ ਨੇ ਹੱਥ ਵੀ ਪਾਇਆ, ਤੇ ਮਜੀਠੀਆ ਜਾ ਕੇ ਕੋਰਟ 'ਚ ਕਿਸੇ 'ਚ ਵੀ ਅਰਜੀ ਦੇ ਕੇ ਆਖੇਗਾ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਜਿਹੜਾ ਬੰਦਾ ਮੇਰੇ ਪਹਿਲਾਂ ਹੀ ਖਿਲਾਫ ਹੈ ਉਹਨੂੰ ਇਹ ਜ਼ਿੰਮੇਵਾਰੀ ਸੌਂਪਣਗੇ। ਲਓ ਜੀ, ਸੌਂਪ ਦਿੱਤੀ ਹੈ। ਇਸ ਮੁੱਦੇ ਦੇ ਉੱਤੇ ਬਹੁਤ ਸਾਰੇ ਹੋਰ ਸਵਾਲ ਉੱਠਣੇ, ਉਹਨਾਂ ਸਵਾਲਾਂ ਤੋਂ ਬਚਣ ਵਾਸਤੇ ਇਹ ਆ, ਅਸੀਂ ਨਹੀਂ ਕਹਿੰਦੇ ਆਹ ਕਰੋ, ਅਸੀਂ ਨਹੀਂ ਕਹਿੰਦੇ ਉਹ ਕਰੋ, ਅਸੀਂ ਕਹਿੰਦੇ ਕੱਖ ਨਾ ਕਰੋ, ਜੋ ਕਰਨਾ ਕਰੋ, ਪਰ ਕਰਨ ਲੱਗਿਆ ਆਪਣਾ ਪੜ੍ਹਿਆ ਵਿਚਾਰ ਕੇ ਚੱਲਣਾ ਚਾਹੀਦਾ। ਕਾਨੂੰਨੀ ਪੱਖ ਤੋਂ ਅੱਗੇ ਇਸ ਸਰਕਾਰ ਦੀ ਪੋਜੀਸ਼ਨ ਬਹੁਤ ਹਾਸੋਹੀਣੀ ਹੋ ਚੁੱਕੀ ਹੈ। ਜੀ। ਜਿਹੜਾ ਆਉਂਦਾ ਪੱਟਾਂ ਤੇ ਥਾਪੀਆਂ ਮਾਰ ਕੇ ਨੀਲ ਪਾ ਲੈਂਦਾ, ਤੇ ਮਗਰੋਂ ਕੱਖ ਵੀ ਨਹੀਂ ਨਿਕਲਦਾ। ਤੇ ਜੇ ਹੁਣ ਵੀ ਫੋਕੇ ਪਟਾਕੇ ਸੁਰਲੀਆਂ ਚਲਾਉਣੀਆਂ, ਤੇ ਉਹਨਾਂ ਦੀ ਕੋਈ ਲੋੜ ਨਹੀਂ, ਕਰਨਾ ਕਰਕੇ ਵਿਖਾ ਦਿਓ। ਨਹੀਂ ਤੇ ਇਹ ਕਿਉਂਕਿ ਚੋਣਾਂ ਸਿਰ ਤੇ ਆ, ਇਸ ਮੌਕੇ ਤੇ ਇੱਕ ਨਵਾਂ ਮੁੱਦਾ ਨਾ ਬਣਾ ਕੇ ਬਹਿ ਜਾਓ। ਮੁੱਦੇ ਪਹਿਲਾਂ ਪੰਜਾਬ ਕੋਲ ਬਥੇਰੇ ਆ, ਚੋਣਾਂ ਲੜਨ ਜੋਗੇ ਤੇ ਹੈਗੇ ਆ। ਜੀ। ਇਹ ਜੇ ਨਵਾਂ ਮੁੱਦਾ ਕਿਸੇ ਨੇ ਵਧੋ ਵਧੀ ਬਣਾਉਣਾ ਤੇ ਬਣਾ ਲੇ। ਜੋ ਕਰਨਾ ਜਾਂ ਸਾਲਿਡ ਕਰੋ, ਨਹੀਂ ਤੇ ਜਿਹੜੀ ਡਰਾਮੇਬਾਜ਼ੀ ਅਸੀਂ 5 ਸਾਲ ਵੇਖਦੇ ਰਹੇ ਉਹ ਨਾ ਕਰੋ। ਪਾਣੀ 'ਚ ਮਧਾਣੀ ਵਾਲਾ ਕੰਮ ਨਹੀਂ ਹੋਣਾ ਚਾਹੀਦਾ, ਜੋ ਹਾਂ, ਕਰਨਾ ਤੇ ਕਰਕੇ ਦਿਖਾ ਦਿਓ। ਪਰ ਸਾਹਿਬ, ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ ਸਰਵੋਤਮ ਕਿਤਾਬਚਾ ਇੱਕ ਜਾਰੀ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੰਗ ਕੀਤੀ ਹੈ ਕਿ ਇਹ 'ਤੇ ਰੋਕ ਲਗਾ ਦਿੱਤੀ ਜਾਵੇ। ਕੀ ਕਾਰਨ ਹੈ ਇਹਦੇ ਵਿੱਚ, ਕੀ ਹੈ ਇੱਦਾਂ ਦਾ? ਦੇਖੋ, ਉਹ ਪ੍ਰੋਜੈਕਟ ਦਾ ਉਦਘਾਟਨ ਕਰਨ ਗਿਆ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਉੱਥੇ ਉਹਨਾਂ ਇੱਕ ਕਿਤਾਬਚਾ ਜਾਰੀ ਕਰਤਾ ਉੱਤਰ ਪ੍ਰਦੇਸ਼ ਸਰਕਾਰ ਵੱਲੋਂ। ਉਹ ਕਿਤਾਬਚਾ ਜਦੋਂ ਪੜ੍ਹਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉੱਤੇ ਇਤਰਾਜ਼ ਕੀਤਾ, ਕਿਉਂਕਿ ਉਹਦੇ 'ਚ ਲਿਖਿਆ ਕਿ 10ਵੇਂ ਗੁਰੂ ਸਾਹਿਬ ਨੇ 5 ਸਿੱਖ ਭੇਜੇ ਸੀ ਉੱਥੇ ਹਿੰਦੂ ਧਰਮ ਦੀ, ਸਨਾਤਨ ਧਰਮ ਦੀ ਜਾਣਕਾਰੀ ਲੈਣ ਵਾਸਤੇ। ਮੈਂ ਉਹ ਕਿਤਾਬਚਾ ਨਹੀਂ ਪੜ੍ਹਿਆ ਜੀ। ਜੋ ਅਖਬਾਰਾਂ 'ਚ ਖਬਰਾਂ ਇੱਧਰ ਉੱਧਰ ਆਈਆਂ, ਮੈਂ ਸਿਰਫ ਉਹ ਪੜ੍ਹੀਆਂ ਨੇ। ਇਹ ਕਹਿੰਦੇ ਜੀ ਸਾਰੀ ਗੱਲ ਗਲਤ ਹੈ। 10ਵੇਂ ਗੁਰੂ ਸਾਹਿਬ ਨੇ ਪੌਂਟਾ ਸਾਹਿਬ 5 ਬੰਦੇ ਭੇਜੇ, 5 ਸਿੱਖ ਸੰਸਕ੍ਰਿਤ ਭਾਸ਼ਾ ਪੜ੍ਹਨ ਵਾਸਤੇ ਭੇਜੇ ਸੀ, ਤਾਂ ਕਿ ਉਹਨੂੰ ਲੈ ਕੇ ਤੇ ਪੁਰਾਣੇ ਗ੍ਰੰਥਾਂ ਦਾ ਵੀ ਅਧਿਐਨ ਕੀਤਾ ਜਾ ਸਕੇ, ਉਹਨਾਂ 'ਚ ਕੀ ਲਿਖਿਆ ਕੀ ਨਹੀਂ। ਉੱਥੇ ਜਿਹੜਾ ਪੰਡਤ ਸੀ ਉਹਨੇ ਆਖਿਆ ਮੈਂ ਜਿਹੜੇ ਹੈਗੇ ਦੂਸਰੇ ਧਰਮ ਵਾਲੇ ਉਹਨਾਂ ਨੂੰ ਪੜ੍ਹਾਉਣਾ ਹੀ ਨਹੀਂ, ਇਹ ਆ ਗਏ। ਇਹਨਾਂ ਨੇ ਉਹ ਭੇਜ ਦਿੱਤੇ ਉੱਥੇ। ਉਹ ਜਿਹੜੇ ਗਏ ਸਨ ਉਹ ਸੰਸਕ੍ਰਿਤ ਭਾਸ਼ਾ ਸਿੱਖਣ ਗਏ ਸੀ। ਕੋਈ ਵੀ ਭਾਸ਼ਾ ਸਿੱਖੀ ਜਾ ਸਕਦੀ ਹੈ। ਜੀ। ਜਫਰਨਾਮਾ ਗੁਰੂ ਸਾਹਿਬ ਨੇ ਲਿਖਿਆ ਤੇ ਉਹ ਪੰਜਾਬੀ ਵਿੱਚ ਤੇ ਗੁਰਮੁਖੀ ਲਿਪੀ ਵਿੱਚ ਤਾਂ ਨਹੀਂ ਲਿਖਿਆ, ਦੂਜੀ ਭਾਸ਼ਾ ਸੀ ਨਾ। ਜਦੋਂ ਗੁਰਬਾਣੀ ਦੇ ਵਿੱਚ ਕਈਆਂ ਥਾਵਾਂ ਤੇ ਸੰਸਕ੍ਰਿਤੀ ਦੇ ਸ਼ਲੋਕ ਵੀ ਆਉਂਦੇ ਆ, ਸੰਸਕ੍ਰਿਤੀ ਦੇ ਉਹ ਵੀ ਨੇ, ਕਈ ਵੱਖ-ਵੱਖ ਬੋਲੀਆਂ ਨੇ, ਹਿੰਦੀ ਵੀ ਵਿੱਚ ਵਰਤੀ ਗਈ ਹੈ। ਉਹ ਸਾਰੀਆਂ ਬੋਲੀਆਂ ਜੇ ਆ ਸਕਦੀਆਂ ਨੇ, ਤੇ ਇਸੇ ਤਰ੍ਹਾਂ ਉਸ ਵਕਤ ਸੰਸਕ੍ਰਿਤ ਬੋਲੀ ਸਿੱਖਣ ਵਾਸਤੇ ਜਿਹੜੇ ਗਏ ਸੀ ਉਹਨਾਂ ਦਾ ਜ਼ਿਕਰ ਜਿਹੜੇ ਹਿਸਾਬ ਨਾਲ ਕੀਤਾ ਗਿਆ ਉਸ ਕਾਸ਼ੀ ਵਿਸ਼ਵਨਾਥ ਧਾਮ ਵਾਲੇ ਪਰਚੇ 'ਚ, ਉਹ ਜ਼ਿਕਰ ਮੁੱਢਲੀ ਨਜ਼ਰੇ ਸਾਰਾ ਗਲਤ ਜਾਪਦਾ। ਜੀ। ਉਹਨਾਂ ਨੂੰ ਨਹੀਂ ਸੀ ਕਰਨਾ ਚਾਹੀਦਾ। ਪਰ RSS ਦੇ ਇਹਦੇ ਨਾਲ ਜੁੜੇ ਲੋਕ ਅੱਗੇ ਵੀ ਕਈਆਂ ਗੱਲਾਂ ਦਾ ਜ਼ਿਕਰ ਗਲਤ ਕਰਦੇ ਹੁੰਦੇ ਆ। ਮੈਂ ਥੋੜ੍ਹੇ ਦਿਨ ਪਹਿਲਾਂ ਦੱਸਿਆ
ਕਿ ਜਦੋਂ ਆਰਐਸਐਸ ਦਾ ਤੇ ਭਾਜਪਾ ਦਾ ਸੰਮੇਲਨ ਅੰਮ੍ਰਿਤਸਰ 'ਚ ਹੋਇਆ ਤੇ ਇਹਨਾਂ ਨੇ ਕਿਹਾ ਸੀ ਸਮੁੰਦਰ ਰਿੜ ਕੇ ਜਿਹੜੇ 14 ਰਤਨ ਕੱਢੇ ਸੀ ਉਹਨਾਂ 'ਚੋਂ ਇੱਕ ਰਤਨ ਅੰਮ੍ਰਿਤ ਸੀਗਾ। ਜੀ ਜੀ। ਵਿਸ਼ਨੂੰ ਭਗਵਾਨ ਲਿਖ ਕੇ ਜਾਂਦੇ ਸੀ ਤੇ ਉਹ ਘੜਾ ਗਰੜ ਦੇ ਮੂੰਹ 'ਚੋਂ ਡਿੱਗ ਪਿਆ ਸੀ ਤੇ ਇੱਥੇ ਛੱਪੜ ਬਣ ਗਿਆ ਤੇ ਉਹ ਅੰਮ੍ਰਿਤ ਵਾਲੇ ਛੱਪੜ ਦੇ ਉੱਤੇ ਸਰੋਵਰ ਬਣ ਗਿਆ। ਉਹ ਤੇ ਇਹ ਵੀ ਕਹਿੰਦੇ ਸੀ ਉਦੋਂ, ਪਰ ਉਦੋਂ ਕਦੇ ਕਿਸੇ ਨੇ ਇਤਰਾਜ਼ ਤਾਂ ਨਹੀਂ ਕੀਤਾ। ਇੱਦਾਂ ਦੀਆਂ ਬੜੀਆਂ ਗੱਲਾਂ ਹੋਰ ਵੀ ਕਹਿੰਦੇ ਰਹੇ। ਉਹ ਤਾਂ ਅੱਜ ਤੱਕ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੰਦਾ ਸਿੰਘ ਬਹਾਦਰ ਨਹੀਂ ਕਹਿੰਦੇ, ਵੀਰ ਬੰਦਾ ਬੈਰਾਗੀ ਕਹਿੰਦੇ ਨੇ। ਫਿਰ ਤੁਸੀਂ ਕਿਹੜੀ ਕਿਹੜੀ ਗੱਲ ਤੇ ਇਤਰਾਜ਼ ਕਰੋਗੇ? ਜਦੋਂ ਮੌਕੇ ਸੀ ਉਦੋਂ ਕਿਸੇ ਨੇ ਕੀਤਾ ਨਹੀਂ। ਅਬ ਪਛਤਾਏ ਹੋਤ ਕਿਆ ਜਬ ਚਿੜੀਆ ਚੋਗੇ ਖੇਤ, ਖੇਤ ਚੁਰਾ ਚੁੱਕੇ ਨੇ, ਉਹਨਾਂ ਨੂੰ ਲਟਾ ਚੁੱਕੇ ਨੇ। ਹੁਣ ਤਾਂ ਐਵੇਂ ਅੱਕੀ ਪਲਾਈ ਹੱਥ ਮਾਰਦੇ ਆ। ਸ਼੍ਰੋਮਣੀ ਕਮੇਟੀ ਉਦੋਂ ਨਹੀਂ ਬੋਲੀ ਜਦੋਂ ਬੋਲਣ ਦਾ ਟਾਈਮ ਸੀ। ਹੁਣ ਇਹ ਵੇਲਾ ਲੰਘਾ ਕੇ ਬੋਲਦੇ ਪਏ। ਵੇਲਾ ਨਿਗਾਹ ਕੇ ਬੋਲਦੇ ਪਏ ਪੰਮ ਸਾਹਿਬ। ਸਾਡਾ ਵੀ ਵੇਲਾ ਹੁਣ ਜਾਣ ਦਾ ਆ ਗਿਆ। ਤੁਸੀਂ ਖਬਰਾਂ ਤੇ ਡਿਟੇਲ ਨਾਲ ਜਾਣਕਾਰੀ ਦਿੱਤੀ ਹੈ, ਬਹੁਤ ਬਹੁਤ ਧੰਨਵਾਦ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੁਣ ਸਮਾਪਤ ਕਰਦੇ ਹਾਂ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।